ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੁਏ ਨੈਣ ਮਤ ਛੋਹਿਓ ਫਿਰ ਦੇਖਣ ਕੀ ਆਸ। ਕਾਗਾ ਝੂੰਡ ਨਾ ਪਿੰਜਰਾ ਵਸੇ ਤਾਂ ਉਡਰ ਜਾਏ ਜਿਤ ਪਿੰਜਰਾ ਮੇਰਾ ਸਾਹ ਵਸੈ ਮਾਸ ਨਾ ਤਿਦੋਂ ਖਾਏ। ਚਿੰਤ ਖਟੋਲਾ ਵਾਣ ਦੁਖ ਫਰੀਦਾ ਚਿੰਤ ਖਟੋਲਾ ਵਾਣ ਦੁਖ ਬਿਰਹੇ ਵਿਛਾਵਣ ਲੈ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ। ਤਨ ਹਮਾਰਾ ਮੀਤ ਰਹਾਉ ਮਨ ਬਿਲਾਸ ਪਏ। ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾ। ਸਾਹਿਬ ਕਮਾਲ ਸਰਵ ਸ਼ਕਤੀਮਾਨ ਸਰਵ ਵਿਆਪਕ ਜੁਗੋ ਜੁਗ ਅਟਲ ਬਾਣੀ ਗੁਰੂ ਸ਼ਬਦ ਗੁਰੂ ਚਾਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ
ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਨਿੱਘੀ ਗੋਦ ਅੰਦਰ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਸਿਮਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਇਲਾਹੀ ਫਰਮਾਨ ਉਸ ਅਕਾਲ ਪੁਰਖ ਦਾ ਆਗਾਜ਼ ਕੀਤਾ ਹੋਇਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਹਿਰਦੇ 'ਚੋਂ ਪ੍ਰਗਟ ਹੋ ਕੇ ਆਪ ਜੀ ਦੀ ਰਸਨਾ ਦੇ ਦੁਆਰਾ ਇਸ ਸੰਸਾਰ ਦੇ ਸੁੱਖ ਦੇ ਲਈ ਉਸ ਅਕਾਲ ਪੁਰਖ ਦੀ ਬਾਣੀ ਦਾ ਜੋ ਹੁਕਮ ਹੈ, ਉਸ ਨੂੰ ਪਾਤਸ਼ਾਹ ਜੀ ਧਨਾਸਰੀ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 682 ਦੇ ਉੱਤੇ ਬਿਰਾਜਮਾਨ ਕਰਦੇ ਹਨ। ਇਸ ਪਾਵਨ ਹੁਕਮ ਦੇ ਅੰਦਰ ਜੋ ਸਿਧਾਂਤਕ ਵਿਚਾਰ ਹੈ ਉਹ ਪਰਮਾਤਮਾ ਦੇ ਸੁਭਾਅ ਦੀ ਹੈ ਕਿ ਉਹਦਾ ਸੁਭਾਅ ਕਿਹੋ ਜਿਹਾ ਹੈ, ਉਹ ਕਿੱਦਾਂ ਦਾ ਹੈ। ਉਸਦਾ ਜੋ ਸੁਭਾਅ ਹੈ ਬਹੁਤ ਹੀ ਚੰਗਾ ਹੈ। ਉਹ ਆਪਣੇ ਫਰਜ਼ ਨੂੰ ਨਹੀਂ ਭੁੱਲਦਾ, ਉਹ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਭੁੱਲਦਾ। ਉਹ ਇੰਨਾ ਦਿਆਲੂ ਹੈ ਕਿ ਸਾਡੇ ਅਵਗੁਣ ਵੀ ਦੇਖਦਾ ਹੈ, ਸਾਰੇ ਅਵਗੁਣ ਦੇਖਦਾ। हम अवगुण करे असंख नीत, तुम निर्गुण दातारे। हम अवगुण भरे एक गुण नाही। वो साडे अवगुण देखदा, कित्थों तक देखदा है। ऐसा नहीं है कि उसकी कोई नज़र बाहरली है ते बाहरली नज़र के नाल उन्होंने बाहरों नज़र आता है तो असी बूहे बंद कर लाँगे, कमरे के दरवाजे खिड़कियां पर्दे लगा लाँगे तो उसनों नज़र नहीं आएगा। ऐसा नहीं है, उन्होंने नज़र आता है, सब जगह नज़र आता है। इतों तक नज़र आता, महाराज कहते जे कोई भूरा पुट के ਉਹਨੂੰ ਤੋਂ ਢੱਕ ਦੇਵੇ, ਧਰਤੀ ਦੇ ਅੰਦਰ ਬੈਠ ਜਾਵੇ ਤੇ ਉੱਥੇ ਬੈਠ ਕੇ ਪਾਪ ਕਮਾਵੇ। ਉਹ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਵੀ ਉਹ ਜਿਹੜਾ ਪਾਪ ਹੈ ਉਹ ਵੀ ਉਹ ਦੇਖਦਾ ਹੈ ਤੇ ਜਿਹੜੇ ਭਗਤ ਜਨ ਹਨ, ਚੰਗੇ ਪੁਰਸ਼ ਹਨ, ਉਹਨਾਂ ਨੂੰ ਉਸ ਪਾਪ ਤੋਂ ਜਾਣੂ ਕਰਾਉਂਦਾ ਹੈ, ਉੱਘਾ ਕਰਕੇ ਦਿਖਾਉਂਦਾ ਹੈ कि इस मनुख ने, इस जी ने, इस प्राणी ने ये पाप जिहड़ा धरती के अंदर बैठ के कीता है वो इन्ना समर्थ है वेखण दे विच। होर किन्ना समर्थ है। चलो धरती ते टोआ पुट के, भूरा पुट के असी अंदर बैठ के पाप कमा लांगे, ओगा करके दिखा देगा। हुण असी सोचीए कि असी ऐसी जगह पाप करांगे, मन, वच, क्रम, 3 तरह के पाप हुंदे ने। मन करके, बचना करके, कर्म करके। एक जो है मन पाप करता है, बैठा बैठा गलत सोची जाना, बैठा बैठा कई कुछ सोची जाना। फिर जो मन तो भरपूर हो जाता है, बर्दाश्त नहीं होता, फिर बचना राही पाप करता। जिसनों ये बाणी इदा भी कहती है, नानक फिक्का बोलिया तन मन फिक्का होए। फिक्का फिक्का सदी है, फिक्के है फिक्की सोए, फिक्का फिक्की सोए। फिक्का दरगाह सुटी है, मोह तुक्का फिक्के पाए। फिक्का मूर्ख आखी है, पाना लै सजाए। ये बाहरला कर्म है।
ਬਚਨਾਂ ਕਰਕੇ ਹੈ, ਬੋਲਾਂ ਕਰਕੇ ਹੈ। ਇਸ ਬਚਨਾਂ ਕਰਕੇ ਮਹਾਰਾਜ ਕਹਿੰਦੇ ਨੇ ਇਸ ਦੇ ਮੂੰਹ ਤੇ ਥੁੱਕ ਵੀ ਪੈ ਸਕਦੀ ਹੈ। ਬਚਨਾਂ ਕਰਕੇ ਇਹਦੇ ਮੂੰਹ ਤੇ ਥੁੱਕਿਆ ਜਾ ਸਕਦਾ ਹੈ। ਸੰਸਾਰ ਦੇ ਲੋਕ ਥੁੱਕ ਵੀ ਸਕਦੇ ਨੇ ਕਿ ਬੜਾ ਕੌੜਾ ਬੋਲਦਾ, ਬੜਾ ਫਿੱਕਾ ਬੋਲਦਾ, ਮਾੜਾ ਬੋਲਦਾ। ਜਦੋਂ ਬੋਲਦਾ ਕੂੜ ਹੀ ਬੋਲਦਾ ਹੈ। ਮਹਾਰਾਜ ਫਰਮਾਨ ਕਰਦੇ ਨੇ ਕਿ ਬਚਨਾਂ ਕਰਕੇ ਇਹ ਕੌੜਾ ਬੋਲ ਰਿਹਾ ਹੈ ਤੇ ਇਸ ਦੇ ਸਜ਼ਾ ਕੀ ਹੈ? ਸੰਸਾਰ ਦੇ ਲੋਕ ਪਾਣਾ ਲੈ ਸਜ਼ਾਏ, ਪਾਣਾ ਜੁੱਤੀ, ਇਸ ਨੂੰ ਜੁੱਤੀਆਂ ਪੈ ਸਕਦੀਆਂ ਨੇ। ਸੰਸਾਰ ਦੇ ਲੋਕ ਮਾਰ ਸਕਦੇ ਨੇ, ਇਹਦੇ ਮੂੰਹ ਤੇ ਥੁੱਕ ਵੀ ਸਕਦੇ ਨੇ ਕਿਉਂਕਿ ਕੌੜਾ ਬੋਲਦਾ। ਹਰ ਇੱਕ ਨੂੰ ਭੈੜਾ ਕਹਿੰਦਾ, ਹਰ ਇੱਕ ਦਾ ਮਾੜਾ ਬੋਲਦਾ, ਹਰ ਇੱਕ ਨੂੰ। ਹੁਣ ਦੂਜੀ ਗੱਲ ਆ ਗਈ ਮਨ ਕਰਕੇ ਭੈੜਾ ਸੋਚਣਾ। ਕਮਜ਼ੋਰ ਹੈ ਤਨ ਕਰਕੇ, ਕਿਸੇ ਨੂੰ ਕੁਝ ਕਹਿ ਨਹੀਂ ਸਕਦਾ। ਹੁਣ ਮਨ ਦੇ ਅੰਦਰ ਹੀ ਅੰਦਰ ਦੂਸਰੇ ਨੂੰ ਭੈੜਾ ਕਹਿ ਰਿਹਾ ਹੈ, ਕਬੋਲ ਬੋਲ ਰਿਹਾ ਹੈ, ਭੈੜਾ ਭੈੜਾ ਸੋਚ ਰਿਹਾ ਹੈ। ਕਿਸੇ ਚੰਗੀ ਚੀਜ਼ ਨੂੰ ਪ੍ਰਾਪਤ ਨਹੀਂ ਕਰ ਸਕਦਾ, ਮਨ ਦੇ ਅੰਦਰ ਉਸ ਨੂੰ ਚੋਰੀ ਕਰਨ ਦਾ ਸਾਧਨ ਸੋਚ ਰਿਹਾ, ਕਿਵੇਂ ਪ੍ਰਾਪਤ ਕਰਾਂ। ਪਰਤ ਰਿਹਾ ਤੱਕ ਇਸ ਦੀ ਪਹੁੰਚ ਨਹੀਂ ਜਾਂਦੀ, ਮਨ ਦੇ ਅੰਦਰ ਹੀ ਅੰਦਰ ਉਸ ਦੇ ਨਾਲ ਵਿਕਾਰ ਕਮਾ ਰਿਹਾ, ਕਪਟ ਕਮਾ ਰਿਹਾ, ਸੋਚ ਸੋਚ ਕੇ। ਇਹ ਹਨ ਮਨ ਦੇ ਗੁਨਾਹ। ਸਰੀਰਕ ਤੌਰ ਤੇ ਬਲਵਾਨ ਹੈ, ਮਾਇਕ ਤੌਰ ਤੇ ਤਾਕਤਵਰ ਹੈ, ਸੰਸਾਰ ਵਿੱਚ ਚੰਗਾ ਅਹੁਦਾ ਹੈ। ਇਹ ਹੁਣ ਕਿਸੇ ਨੂੰ ਚਪੇੜ ਵੀ ਮਾਰ ਦੇਵੇ ਤੇ ਇਹਨੂੰ ਕੋਈ ਕੁਛ ਨਹੀਂ ਕਹੇਗਾ। ਜਿਸਨੇ ਚਪੇੜ ਖਾਧੀ ਹੈ ਉਹਦਾ ਕਸੂਰ ਕੱਢੇਗਾ। ਜੇ ਅੱਤ ਵੀ ਹੋ ਜਾਵੇ, ਹਜ਼ਾਰਾਂ ਦਾ ਕਤਲ ਕਰਾ ਦੇਵੇ ਤੇ ਇਸ ਨੂੰ ਫਿਰ ਵੀ ਕੋਈ ਨਹੀਂ ਕੁਝ ਕਹੇਗਾ। ਇਹ ਕਰਮ ਹਨ, ਮਨ ਵਚ ਕਰਮ। ਇਹ ਕਤਲ ਵੀ ਕਰ ਦੇਵੇ ਤੇ ਇਸ ਨੂੰ ਕੋਈ ਡਰ ਨਹੀਂ ਹੈ ਕਿਸੇ ਦਾ, ਸੰਸਾਰਕ ਬੰਦੇ ਦਾ। ਇਹ ਕਰਮ ਤਿੰਨ ਤਰ੍ਹਾਂ ਦੇ ਗੁਨਾਹ ਨੇ, ਤਿੰਨ ਤਰ੍ਹਾਂ ਦੇ ਕਰਕੇ ਅਸੀਂ ਆਪਣੇ ਉੱਪਰ ਵਿਪਤਾ ਦਾ ਸਮਾਂ ਲੈ ਕੇ ਆਉਨੇ, ਔਖਾ ਸਮਾਂ ਲੈ ਕੇ ਆਉਨੇ, ਤਿੰਨ ਤਰੀਕਿਆਂ ਨਾਲ। ਹੁਣ ਪਰਮਾਤਮਾ ਜਿਹੜਾ ਹੈ ਉਹ ਬਚਨਾਂ ਨੂੰ ਬੋਲਿਆ ਤੇ ਲੋਕਾਂ ਨੇ ਸਜ਼ਾ ਦਿੱਤੀ। ਹੱਥਾਂ ਨੇ ਕੋਈ ਭੈੜਾ ਕਰਮ ਕੀਤਾ, ਕਾਨੂੰਨ ਨੇ ਪਕੜ ਕੇ ਬੰਦ ਕਰਤਾ। ਹੁਣ ਮਨ ਤੱਕ ਪਹੁੰਚ ਕਿਸ ਦੀ ਹੈ? ਨਾ ਕਾਨੂੰਨ ਦੀ ਹੈ, ਨਾ ਸਮਾਜ ਦੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਭੂਰੇ ਵਿੱਚ ਬੈਠੇ ਨੂੰ ਉਕੜਾ ਕਰਕੇ ਪਾਪ ਦਿਖਾ ਦਿੰਦਾ ਹੈ, ਉਹ ਹੁਣ ਮਨ ਦੀ ਜਾਣਦਾ। ਹੁਣ ਮਨ ਦੀ ਭੈੜੀ ਸੋਚ ਜਿਹੜੀ ਹੈ, ਮਨ ਦੀ ਭੈੜੀ ਵਿਚਾਰ ਜਿਹੜੀ ਹੈ, ਉਸ ਦੀ ਸਜ਼ਾ ਅਕਾਲ ਪੁਰਖ ਦਿੰਦਾ ਹੈ। ਉਸ ਦੀ ਸਜ਼ਾ, ਕਿਉਂਕਿ ਉਹ ਸਾਰਾ ਕੁਝ ਜਾਣਦਾ ਹੈ। ਰੱਬ ਸਭ ਕੁਛ ਜਾਣੈ ਜੇ ਜੀਓ ਵਰਤੈ। ਜੋ ਜੀ ਦੇ ਅੰਦਰ ਵਰਤ ਰਿਹਾ, ਸੋਚ ਰਹੇ ਆ, ਉਹ ਸਭ ਕੁਝ ਉਹ ਜਾਣਦਾ। ਜੇ ਕਿਸੇ ਨੇ ਚੰਗੀ ਘਾਲਣਾ ਕੀਤੀ ਹੋਏਗੀ ਤੇ ਉਸ ਦੀ ਚੰਗੀ ਘਾਲਣਾ ਨੂੰ ਉਹ ਵਿਅਰਥ ਨਹੀਂ ਜਾਣ ਦੇਗਾ, ਤੇ ਜੇ ਕਿਸੇ ਨੇ ਘਾਲਣਾ ਮਾੜੀ ਕੀਤੀ ਹੋਏਗੀ ਮਨ ਕਰਕੇ ਤੇ ਉਸ ਨੂੰ ਸਜ਼ਾ ਮਿਲਦੀ ਹੈ। ਉਹ ਸਜ਼ਾ ਅਕਾਲ ਪੁਰਖ ਦਿੰਦਾ। ਨਾ ਸੰਸਾਰ ਦੇ ਸਕਦਾ ਹੈ, ਨਾ ਹੀ ਕਾਨੂੰਨ ਦੇ ਸਕਦਾ ਹੈ। ਨਾ ਲੋਕ ਦੇ ਸਕਦੇ ਨੇ, ਨਾ ਕਾਨੂੰਨ ਦੇ ਸਕਦਾ। ਮਨ ਨੂੰ ਸਜ਼ਾ ਪਰਮਾਤਮਾ ਦਿੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਫਰਮਾਨ ਕਰਦੇ ਨੇ ਕਿ ਮਨੁੱਖ ਦਾ ਕਦੀਮੀ ਮੁੱਢਲਾ ਸੁਭਾਅ ਹੈ ਕਿ ਚੰਗਾ ਆਪਣੇ ਲਈ ਮੰਗਦਾ ਹੈ, ਮੰਦਾ ਦੂਜੇ ਲਈ ਮੰਗਦਾ ਹੈ। ਚੰਗੀ ਚੀਜ਼ ਇਸ ਨੂੰ ਚਾਹੀਦੀ ਹੈ, ਦੂਸਰੀ ਦੂਜੇ ਨੂੰ ਦੇ ਦਿਓ। ਚੰਗੀ ਸੋਹਣੀ ਕੀਮਤੀ ਵੱਡੀ ਚੀਜ਼ ਹੋਵੇ, ਉਹ ਇਸ ਨੂੰ ਚਾਹੀਦੀ ਹੈ, ਦੂਜੇ ਨੂੰ ਜਿਹੜੀ ਮਰਜ਼ੀ ਦੇ ਦਿਓ। ਇਹਨਾਂ ਆਦਤਾਂ ਕਰਕੇ, ਇਸ ਸੁਭਾਅ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਘੜੀ ਘੜੀ ਇਸ ਸੰਸਾਰ ਦੇ ਅੰਦਰ ਔਖਾ ਹੁੰਦਾ ਹੈ, ਦੁੱਖ ਸਹੇੜਦਾ ਹੈ। ਦੁੱਖ ਸਹੇੜਨ ਦੇ ਨਾਲ ਇਸ ਦਾ ਮਨ ਵੀ ਦੁਖੀ ਹੁੰਦਾ ਹੈ।
ਜਦੋਂ ਮਨ ਦੁਖੀ ਹੁੰਦਾ ਹੈ ਤੇ ਤਨ ਨੇ ਆਟੋਮੈਟਿਕਲੀ ਦੁਖੀ ਹੋ ਜਾਣਾ ਹੈ। ਕਿਉਂਕਿ ਮਨ ਜਦੋਂ ਦੁਖੀ ਹੋ ਜਾਵੇ, ਸਰੀਰ ਦੇ ਅੰਦਰ ਐਨਰਜੀ ਆਉਣੀ ਬੰਦ ਹੋ ਜਾਂਦੀ ਹੈ। ਦਿਮਾਗ ਦੀ ਸੋਚ ਦੀ ਸ਼ਕਤੀ ਜਿਹੜੀ ਹੈ ਐਨਰਜੀ ਵਾਲੀ, ਉਹ ਬੰਦ ਹੋ ਜਾਂਦੀ ਹੈ। ਉਹ ਚੰਗਾ ਸੋਚਣਾ ਬੰਦ ਕਰ ਦਿੰਦੀ ਹੈ, ਮੰਦਾ ਹੀ ਮੰਦਾ ਸੋਚਦੀ ਹੈ। ਮੰਦਾ ਸੋਚਦਿਆਂ ਸੋਚਦਿਆਂ ਇੰਨਾ ਮੰਦਾ ਹੋ ਜਾਂਦਾ ਹੈ ਕਿ ਇਸ ਦਾ ਸਰੀਰ ਵੀ ਭੈੜਾ ਹੋ ਜਾਂਦਾ ਹੈ, ਮਨ ਵੀ ਭੈੜਾ ਹੋ ਜਾਂਦਾ ਹੈ। ਮੰਦਾ ਚਿਤਵਤ ਮੰਦਾ ਹੋਏ, ਬਾਣੀ ਫਰਮਾਨ ਕਰ ਰਹੀ। ਜੇ ਤੇਰੇ ਚੇਤੇ ਵਿੱਚ ਮੰਦਾ ਹੈ, ਤੇਰੇ ਮਨ ਦੇ ਵਿੱਚ ਮੰਦਾ ਹੈ, ਤੇਰੀ ਸੋਚਣੀ ਦੇ ਵਿੱਚ, ਤੇਰੇ ਧਿਆਨ ਵਿੱਚ ਮੰਦਾ ਹੈ, ਤੇ ਮਹਾਰਾਜ ਕਹਿੰਦੇ ਪਹਿਲਾਂ ਤੇ ਮੰਦਾ ਤੇਰੇ ਕੋਲੇ ਆਏਗਾ, ਤਾਂ ਹੀ ਤੂੰ ਕਿਸੇ ਨੂੰ ਦੇਏਗਾ ਨਾ। ਜਿਹੜੀ ਚੀਜ਼ ਤੇਰੇ ਕੋਲੇ ਹੈ ਹੀ ਨਹੀਂ, ਉਹ ਦੂਜੇ ਨੂੰ ਦੇਏਗਾ ਕਿੱਥੋਂ? ਜੇ ਚੰਗਾ ਸੋਚੇਗਾ ਤੇ ਚੰਗਾ ਤੇਰੇ ਕੋਲੇ ਆਏਗਾ ਪਹਿਲਾਂ, ਤਾਂ ਹੀ ਤੂੰ ਕਿਸੇ ਦਾ ਭਲਾ ਮੰਗੇਗਾ ਨਾ। ਜਦੋਂ ਹੁਣ ਤੂੰ ਕਿਸੇ ਦਾ ਮੰਦਾ ਮੰਗ ਰਿਹਾ, ਮੰਦਾ ਮੰਗ ਰਿਹਾ, ਮੰਦਾ ਮੰਗੀ ਜਾ ਰਿਹਾ, ਆਖਿਰ ਮੰਦਾ ਤੇਰੇ ਮਨ ਦੇ ਅੰਦਰ ਘਰ ਕਰ ਜਾਏਗਾ, ਤੇਰੀ ਸੋਚਣੀ ਦੇ ਅੰਦਰ ਘਰ ਕਰ ਜਾਏਗਾ। ਜਿਸ ਤਰ੍ਹਾਂ ਇੱਕ ਭਾਂਡੇ ਦੇ ਵਿੱਚ ਕੋਈ ਚੀਜ਼ ਘੜੀ ਘੜੀ ਪਈ ਜਾਵੇ, ਪਈ ਜਾਵੇ, ਪਈ ਜਾਵੇ, ਫਿਰ ਉਹ ਆਪਣਾ ਅਸਰ ਛੱਡ ਜਾਂਦੀ ਹੈ, ਆਪਣਾ ਦਾਗ ਦੇ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਮੰਦਾ ਸੀ ਚਿਤਵਤ, ਮੰਦਾ ਹੋਏ, ਅੰਦਰ ਦਾਗ ਰਹਿ ਜਾਏਗਾ, ਤੈਨੂੰ ਵੀ ਮੰਦਾ ਮਿਲੇਗਾ। ਤੂੰ ਕਿਸੇ ਦਾ ਮੰਦਾ ਨਾ ਸੋਚ। ਇੱਕ ਫਿੱਕਾ ਨਾ ਗਲ ਆਏ, ਸਭਨਾ ਮੈਂ ਸੱਚਾ ਧਣੀ। ਜੇ ਤੋ ਪ੍ਰਿਆ ਦੀ ਸਿੱਖ, ਠਾਹਣ ਮੂਲ ਮਚਾਂਗਵਾ। ਸਾਰਿਆਂ ਦੇ ਮਨ ਜਿਹੜੇ ਨੇ, ਸਭਨਾ ਮਨ ਮਾਣਕ, ਠਾਹਣ ਮੂਲ ਮਚਾਂਗਵਾ। ਜੇ ਤੋ ਪ੍ਰਿਆ ਦੀ ਸਿੱਖ, ਹਿਆਉ ਨਾ ਢਾਹੇ ਕਹੀ ਦਾ। ਸਾਰਿਆਂ ਦੇ ਮਨ ਮਾਣਕ ਵਰਗੇ ਨੇ, ਮੋਤੀਆਂ ਵਰਗੇ ਨੇ। ਖਿਆਲ ਕਰ, ਤੂੰ ਕਿਉਂ ਕਿਸੇ ਦਾ ਮੂੰਹ ਖਰਾਬ ਕਰਦਾ ਹੈ, ਆਪਣਾ ਮੂੰਹ ਖਰਾਬ ਕਰਦਾ ਹੈ, ਕਿਉਂ ਕਿਸੇ ਦਾ ਦਿਲ ਦੁਖਾਉਣਾ ਹੈ? ਤੇ ਜਦੋਂ ਦਿਲ ਦੁਖਾਏਗਾ ਫਿਰ ਤੇਰਾ ਵੀ ਨਾਲ ਨਾਲ ਦੁਖੇਗਾ। ਪਹਿਲਾਂ ਕ੍ਰੋਧ ਤੇਰੇ ਕੋਲੇ ਆਏਗਾ, ਗੁੱਸਾ ਆਏਗਾ, ਫਿਰ ਤੂੰ ਦੂਜੇ ਨੂੰ ਮਾੜਾ ਕਹੇਗਾ। ਹੁਣ ਕ੍ਰੋਧ ਤੇ ਤੈਨੂੰ ਆਇਆ ਨਾ, ਸਰੀਰ ਦਾ BP, ਡਿਪਰੈਸ਼ਨ, ਬਲੱਡ ਪ੍ਰੈਸ਼ਰ ਹਾਈ, ਇਹ ਸਾਰਾ ਤੂੰ ਪਹਿਲਾਂ ਕੀਤਾ, ਆਪਣਾ ਕੀਤਾ, ਮੰਦਾ ਤੇਰੇ ਕੋਲੇ ਆ ਗਿਆ। ਤੇ ਹੁਣ ਜਦੋਂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਉਹ ਅਕਾਲ ਪੁਰਖ ਐਸਾ ਹੈ, ਉਹਦਾ ਸੁਭਾਅ ਬੜਾ ਨਿਰਮਲ ਹੈ, ਸਾਫ਼ ਹੈ, ਕੋਮਲ ਹੈ, ਪਿਆਰ ਵਾਲਾ ਹੈ। ਹੁਣ ਜੇ ਤੂੰ ਉਸ ਨੂੰ ਚੇਤੇ ਕਰੇ ਤੇ ਫਿਰ ਤੇਰੀ ਔਖੀ ਘੜੀ ਬੰਦ ਹੋ ਜਾਏਗੀ। ਔਖੀ ਘੜੀ ਕਿਵੇਂ? ਤੂੰ ਮੰਦਾ ਸੋਚਣਾ ਹੀ ਬੰਦ ਕਰ ਦੇਗਾ, ਫਿੱਕਾ ਬੋਲਣਾ ਬੰਦ ਕਰ ਦੇਗਾ। ਫਿੱਕਾ ਬੋਲ ਵਗੁੱਚਣਾ, ਸੁਣ ਮੂਰਖ ਮਾਨਿਆ ਜਾਣ, ਬੰਦ ਕਰ ਦੇਗਾ। ਤੇਰੇ ਬੋਲ ਮਿੱਠੇ ਹੋ ਜਾਣਗੇ। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੇਰੇ ਬੋਲਾਂ ਵਿੱਚ ਵਸ ਕੇ ਨਿਕਲੇਗਾ, ਤੇਰੀ ਰਸਨਾ ਰਾਹੀਂ। ਉਹ ਤੇਰੇ ਹਿਰਦੇ ਦੇ ਵਿੱਚ ਬੈਠਾ ਹੋਏਗਾ, ਤੇਰੇ ਨੇਤਰਾਂ ਰਾਹੀਂ ਉਹ ਪ੍ਰਗਟ ਹੋਏਗਾ। ਤੇਰੇ ਨੇਤਰ ਸਾਰਿਆਂ ਨੂੰ ਚੰਗਾ ਕਹਿਣਗੇ, ਦੇਖਣਗੇ, ਕਿਸੇ ਵਿੱਚ ਮੰਦਾ ਲੱਭਣਗੇ ਨਹੀਂ, ਚੰਗਾ ਹੀ ਲੱਭਣਗੇ, ਭੈੜਾ ਨਹੀਂ ਲੱਭਣਗੇ। ਤੇਰੇ ਕੰਨ ਜਿਹੜੇ ਨੇ ਉਹ ਭੈੜਾ ਸੁਣਨਗੇ ਹੀ ਨਹੀਂ, ਉਹ ਚੰਗਾ ਸੁਣਨਗੇ। ਤੇਰੇ ਹੱਥ ਜਿਹੜੇ ਨੇ ਉਹ ਮੰਦਾ ਨਹੀਂ ਕਰਨਗੇ ਮੁੜ ਕੇ। ਤੇਰੇ ਨੇਤਰ ਪਰਤਿਆ ਰੂਪ ਜਿਹੜਾ ਉਸ ਨੂੰ ਨਹੀਂ ਮਾੜੀ ਨਜ਼ਰ ਨਾਲ ਦੇਖਣਗੇ। ਤੇਰੀ ਰਸਨਾ ਕਬੋਲ ਨਹੀਂ ਬੋਲੇਗੀ। ਤੇਰੇ ਪੈਰ ਵਿਕਾਰਾਂ ਵਾਲੇ ਪਾਸੇ ਜਾਣਗੇ ਨਹੀਂ, ਗੁਰੂ ਦੇ ਦਰ ਵੱਲ ਨੂੰ ਆਉਣਗੇ। ਤੇ ਜਦੋਂ ਇਸ ਤਰ੍ਹਾਂ ਦੀ ਤੇਰੀ ਅਵਸਥਾ ਹੋ ਜਾਏਗੀ, ਸਮਝ ਪਾਰ ਬ੍ਰਹਮ ਤੇਰੇ ਹਿਰਦੇ 'ਚ ਵਸ ਗਿਆ। ਹੁਣ ਜਦੋਂ ਵਸ ਗਿਆ ਹੈ, ਪ੍ਰਗਟ ਹੋ ਗਿਆ ਹੈ, ਤੈਨੂੰ ਪਤਾ ਲੱਗ ਗਿਆ ਹੈ ਕਿ ਮੇਰੇ ਹਿਰਦੇ 'ਚ ਪਾਰ ਬ੍ਰਹਮ ਹੈ, ਉਹ ਪ੍ਰਗਟ ਹੋ ਗਿਆ, ਮੈਨੂੰ ਦਿਖਾਈ ਦੇਣ ਲੱਗ ਪਿਆ, ਤੇ ਫਿਰ ਉਸ ਦੇ ਸੁਭਾਅ ਤੋਂ ਵੀ ਜਾਣੂ ਹੋ ਜਾਏਗਾ। ਉਸ ਦਾ ਸੁਭਾਅ ਕੀ ਹੈ?
ਪਾਤਸ਼ਾਹ ਜੀ ਕਹਿੰਦੇ ਨੇ ਉਸ ਪ੍ਰਭੂ ਨਾਲ ਮੇਰਾ ਚਿੱਤ ਲੱਗਾ ਹੋਇਆ। ਲੱਗਾ ਕਿਉਂ ਹੈ? ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ, ਪ੍ਰਭ ਸਿਉ ਲਾਗ ਰਿਹੋ ਮੇਰਾ ਚੀਤ। ਐਸੇ ਅਕਾਲ ਪੁਰਖ ਨਾਲ ਮੇਰਾ ਚਿੱਤ ਲੱਗ ਗਿਆ। ਮੇਰੀ ਸੋਚਣੀ ਬਦਲ ਗਈ, ਮੇਰੀ ਕਥਨੀ ਬਦਲ ਗਈ, ਮੇਰਾ ਸੁਣਨਾ ਬਦਲ ਗਿਆ, ਮੇਰੇ ਹੱਥ ਜਿਹੜੇ ਉਹਨਾਂ ਦੀ ਕਾਰ ਬਦਲ ਗਈ, ਮੇਰੇ ਪੈਰ ਜਿਹੜੇ ਨੇ ਉਹਨਾਂ ਦੀ ਚਾਲ ਬਦਲ ਗਈ। ਇਹ ਚਾਲ ਸੁਹਾਵੀ ਗੁਰਮੁਖੀ, ਗੁਰਦੀਖਿਆ ਸੁਣ ਮਨ ਭਿੰਨੇ, ਭਗਤਾਂ ਕੀ ਚਾਲ ਨਿਰਾਲੀ। ਚਾਲ ਹੀ ਨਿਰਾਲੀ ਹੋ ਗਈ, ਵੱਖਰੀ ਹੋ ਗਈ। ਕਿਉਂ? ਉਸ ਪ੍ਰਭੂ ਨਾਲ ਜੋ ਮੇਰਾ ਚਿੱਤ ਲੱਗ ਗਿਆ ਹੈ। ਪ੍ਰਭ ਸਿਉ ਲਾਗ ਰਿਹੋ ਮੇਰਾ ਚੀਤ, ਮੇਰਾ ਚਿੱਤ ਲੱਗ ਗਿਆ ਹੈ। ਹੁਣ ਮੇਰੇ ਚੇਤੇ ਵਿੱਚ ਨਿਰੰਕਾਰ ਹੈ, ਉਸਦੇ ਗੁਣ ਨੇ। ਉਸਦੇ ਗੁਣ ਕੀ ਨੇ? ਦਇਆ ਕਰਣੰ ਦੁੱਖ ਹਰਣੰ, ਉਹ ਦੁੱਖ ਦੂਰ ਕਰਦਾ ਹੈ ਸਾਡੇ। ਮੁੱਢਲਾ ਸੁਭਾਅ ਉਸਦਾ ਦਇਆ ਦਾ ਹੈ, ਉਹ ਸਤ ਹੈ, ਉਹ ਸੰਤੋਖ ਬਖਸ਼ਿਸ਼ ਕਰਦਾ ਹੈ। ਉਹ ਦਇਆ, ਧਰਮ, ਸੰਜਮ, ਸ਼ੀਤਲਤਾ, ਇਹ ਸਾਰੇ ਉਹਦੇ ਮੁੱਢਲੇ ਗੁਣ ਨੇ। ਧੀਰਜ ਉਸਦਾ ਮੁੱਢਲਾ ਗੁਣ ਹੈ। ਉਹ ਸਾਰੇ ਬਖਸ਼ਿਸ਼ ਕਰ ਦਿੰਦਾ ਹੈ। ਤੇ ਜਦੋਂ ਬਖਸ਼ਿਸ਼ ਕਰ ਦਿੰਦਾ ਹੈ ਤੇ ਫਿਰ ਔਖੀ ਘੜੀ ਆਉਂਦੀ ਹੀ ਨਹੀਂ। ਔਖੀ ਘੜੀ ਸਾਨੂੰ ਦੇਖਣ ਦਿੰਦਾ ਹੀ ਨਹੀਂ, ਕਿਉਂਕਿ ਉਸਦਾ ਸੁਭਾਅ ਇੱਦਾਂ ਦਾ ਕਿ ਨਾ ਆਪ ਔਖੀ ਘੜੀ ਦੇਖਦਾ ਹੈ ਤੇ ਨਾ ਆਪਣੇ ਭਗਤ ਨੂੰ, ਆਪਣੇ ਬੱਚੇ ਨੂੰ ਔਖੀ ਘੜੀ ਦੇਖਣ ਦਿੰਦਾ ਹੈ। ਇਸ ਲਈ ਮੇਰਾ ਚਿੱਤ ਉਸ ਨਾਲ ਲੱਗਾ ਹੋਇਆ। ਤੇ ਜਦੋਂ ਦਾ ਮੇਰਾ ਚਿੱਤ ਉਸ ਨਾਲ ਲੱਗਾ ਹੋਇਆ, ਮੈਨੂੰ ਸਮਝ ਆ ਗਈ ਹੈ ਕਿ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀ। ਜਿਹਨੇ ਮਾਂ ਦੇ ਉਦਰ ਵਿੱਚ ਮੈਨੂੰ ਔਖੀ ਘੜੀ ਨਹੀਂ ਦੇਖਣ ਦਿੱਤੀ, ਉੱਥੇ ਮੈਨੂੰ ਰੱਖ ਲਿਆ, ਤੇ ਇੱਥੇ ਔਖੀ ਘੜੀ ਕਿੱਥੋਂ ਦੇਖਣ ਦੇਗਾ। ਹੁਣ ਤੇ ਮੈਂ ਤੁਰਿਆ ਫਿਰਦਾ, ਹੁਣ ਤੇ ਮੈਂ ਚੰਗਾ ਭਲਾ, ਹੁਣ ਤਾਂ ਮੈਂ ਚੱਲ ਫਿਰ ਸਕਦਾ। ਉਸੇ ਦੀ ਬਖਸ਼ਿਸ਼ ਹੈ ਮੇਰੇ ਤੇ। ਸੁੰਦਰ ਕਾਇਆ ਜੇ ਪ੍ਰਸਾਦ ਤੇਰਾ ਸੁੰਦਰ ਸਰੂਪ, ਮੈਨੂੰ ਸੁੰਦਰ ਰੂਪ ਦਿੱਤਾ ਉਸਨੇ, ਸਰੂਪ ਬਣਾਇਆ ਮੇਰਾ ਚੰਗਾ। ਜਿਸਨੇ ਮੈਨੂੰ ਹੱਥ ਦਿੱਤੇ ਨੇ ਚੰਗੇ, ਮੈਨੂੰ ਕਾਇਆ ਦਿੱਤੀ ਹੈ। ਇੰਨਾ ਕੁਛ ਦੇਣ ਵਾਲਾ ਪਰਮਾਤਮਾ ਕਦੇ ਆਪਣੇ ਬੱਚੇ ਨੂੰ ਔਖੀ ਘੜੀ ਦੇਖਣ ਦਿੰਦਾ ਹੀ ਨਹੀਂ। ਇਹ ਉਸਦਾ ਮੁੱਢਲਾ ਸੁਭਾਅ ਹੈ। ਇਸ ਕਰਕੇ ਉਹ ਅਕਾਲ ਪੁਰਖ ਦੀ ਸਿਫਤ ਸਲਾਘਾ ਕਰਦੇ। ਇਸ ਹੁਕਮਨਾਮੇ ਦੀ ਵਿਚਾਰ ਕਰੀਏ, ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਅੱਜ ਦਾ ਫਰਮਾਨ ਹੈ। ਧਨਾਸਰੀ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਧਨਾਸਰੀ ਰਾਗ ਦੇ ਅੰਦਰ ਇਹ ਸ਼ਬਦ ਉਚਾਰਨ ਕਰਦੇ ਨੇ। ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਦ ਸੰਭਾਲੇ। ਉਸਦਾ ਬਿਰਦ ਹੈ, ਸੁਭਾਅ ਹੈ ਕਿ ਉਹ ਔਖੀ ਘੜੀ ਨਹੀਂ ਦੇਖਣ ਦਿੰਦਾ। ਹੁਣ ਜੇ ਆਪਾਂ ਸੰਸਾਰਕ ਰੂਪ ਵਿੱਚ ਸਮਝੀਏ, ਜੋਤ ਅਕਾਲ ਪੁਰਖ ਦੀ ਹੈ, ਕਾਇਆ ਪੰਜ ਤੱਤ ਦੀ ਹੈ। ਕਾਇਆ ਜਿਹੜੀ ਹੈ ਲਹੂ, ਮਿੱਝ, ਪਾਣੀ, ਵਾਤ, ਪਿੱਤ, ਕਫ, ਇਹ ਸਾਰਿਆਂ ਦਾ ਸੁਮੇਲ ਹੈ। ਕਾਇਆ ਜੋ ਹੈ ਪਲਾਜਮ, ਹੱਡੀਆਂ, ਮਾਸ, ਚੰਮ, ਇਸ ਦਾ ਸੁਮੇਲ ਹੈ। ਇਹ ਕਾਇਆ ਜਿਹੜੀ ਹੈ ਇਹਨੂੰ ਕੱਟੀਏ ਤੇ ਖੂਨ ਵੀ ਨਿਕਲਦਾ। ਇਸ ਕਾਇਆ ਨੂੰ ਖਿੱਚੀਏ ਫੜ ਕੇ ਨਾਲ ਤੇ ਤਕਲੀਫ ਵੀ ਹੁੰਦੀ ਹੈ। ਹੁਣ ਇਹ ਸ਼ਬਦ ਦਾ ਉਚਾਰਨ ਕੌਣ ਕਰ ਰਹੇ ਨੇ? ਕੌਣ ਸਾਨੂੰ ਸੇਧ ਦੇ ਰਹੇ ਨੇ? ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਗੁਰੂ ਦੀ ਮੱਤ ਨੂੰ ਜਨਮ ਤੋਂ ਹੀ ਪਛਾਣਿਆ। ਕਿੱਥੇ ਬੈਠੇ ਨੇ? ਤੱਤੀ ਤਵੀ ਦੇ ਉੱਤੇ ਆਸਣ ਲਾ ਕੇ ਬੈਠੇ ਨੇ। ਹੁਣ ਇਸ ਤੋਂ ਔਖੀ ਘੜੀ ਕੀ ਹੋ ਸਕਦੀ ਹੈ? ਸਾਡੇ ਤੇ ਅਜੇ ਇੱਦਾਂ ਦੀ ਨਹੀਂ ਨਾ ਆਈ, ਪਰ ਮਹਾਰਾਜ ਬੈਠੇ ਨੇ। ਆਖਰ ਪੰਜ ਤੱਤ ਦਾ ਸਰੀਰ ਹੈ, ਚਰਬੀ ਢਲ ਵੀ ਰਹੀ ਹੈ, ਸੇਕ ਲੱਗ ਰਿਹਾ ਸਰੀਰ ਨੂੰ, ਹੱਡੀਆਂ ਜਿਹੜੀਆਂ ਨੇ ਉਹਨਾਂ ਤੱਕ ਸੇਕ ਪਹੁੰਚ ਰਿਹਾ ਹੈ। ਇਹ ਜੋ ਮਾਸ ਹੈ, ਚੰਮ ਹੈ, ਸਰੀਰ ਹੈ, ਇਹ ਸੜ ਰਿਹਾ ਹੈ, ਸਿੱਕ ਰਿਹਾ ਹੈ।
ਇਹਦੇ ਅੰਦਰੋਂ ਚਰਬੀ ਪਿਘਲ ਪਿਘਲ ਕੇ ਬਾਹਰ ਆ ਰਹੀ ਹੈ। ਸਿਰ ਦੇ ਉੱਤੇ ਤੱਤਾ ਰੇਤਾ ਪਾ ਰਿਹਾ ਚੰਦੂ ਜ਼ਾਲਮ, ਕਿਉਂਕਿ ਮਨ ਡੋਲ ਹੈ। ਮਨ ਫਿਰ ਵੀ ਕਹਿ ਰਿਹਾ ਹੈ, ਔਖੀ ਘੜੀ ਨਾ ਦੇਖਣ ਦੇਈ। ਉਹ ਮੇਰੇ ਮਨ ਨੂੰ ਔਖੀ ਘੜੀ ਨਹੀਂ ਦੇਖਣ ਦੇ ਰਿਹਾ। ਬੇਸ਼ੱਕ ਤਨ ਜਿਹੜਾ ਸੜੀ ਜਾ ਰਿਹਾ, ਤਨ ਜਿਹੜਾ ਰੇਤ ਦੇ ਨਾਲ ਗਰਮ ਹੋਈ ਜਾ ਰਿਹਾ, ਇਸ ਦੇ ਉੱਤੇ ਛਾਲੇ ਪਈ ਜਾ ਰਹੇ ਨੇ, ਚਰਬੀ ਪਿਘਲੀ ਜਾ ਰਹੀ ਹੈ, ਸੀਸ 'ਤੇ ਤੱਤਾ ਰੇਤਾ ਪੈ ਰਿਹਾ ਹੈ। ਜੇ ਸੀਸ 'ਤੇ ਪੈ ਰਿਹਾ ਤਾਂ ਅੱਖਾਂ, ਨੱਕ, ਮੂੰਹ ਇੱਧਰ ਵੀ ਜਾ ਰਿਹਾ ਹੋਣਾ। ਕਿੰਨੀ ਸਕਿਨ ਜਿਹੜੀ ਸੌਫਟ ਹੈ, ਇਸ 'ਤੇ ਵੀ ਪੈ ਰਿਹਾ ਹੈ। ਪਰ ਮਨ ਕਿੱਥੇ ਜੁੜਿਆ ਹੈ? ਮਨ ਉੱਥੇ ਜੁੜਿਆ ਹੈ ਜਿੱਥੋਂ ਇਹ ਗੱਲ ਚੱਲਦੀ ਹੈ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਹੁਣ ਸਾਡੇ ਤੇ ਨਿੱਕੀ ਜਿਹੀ ਔਖੀ ਘੜੀ ਆ ਜਾਏ, ਭੱਜ ਪੈਂਦੇ ਆ। ਮਾੜਾ ਜਿਹਾ ਕੋਈ ਦੁੱਖ ਤਕਲੀਫ, ਠੰਡ ਗਰਮੀ, ਪਾਲਾ ਸੇਕ ਇਹ ਲੱਗ ਜਾਏ, ਔਖੀ ਘੜੀ ਮੰਨਣ ਲੱਗ ਪੈਂਦੇ ਆ। ਹੁਣ ਸਾਹਿਬ ਸ੍ਰੀ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਤਤੀ ਤਵੀ ਤੇ ਬੈਠ ਕੇ ਵੀ, ਸਿਰ ਸਰੇਤਾ ਪਵਾ ਕੇ ਵੀ, ਦੇਗ ਉਬਲ ਰਹੀ ਹੈ, ਉਹਦੇ ਵਿੱਚ ਬਿਰਾਜਮਾਨ ਨੇ। ਜ਼ਾਲਮ ਅੱਗ ਬਾਲੀ ਜਾ ਰਿਹਾ ਥੱਲੇ, ਤੇ ਪਾਣੀ ਦੇ ਵਿੱਚ ਸਰੀਰ ਉਬਲ ਰਿਹਾ ਹੈ। ਉਬਲਦੇ ਹੋਏ ਵੀ ਕਹਿ ਰਹੇ ਨੇ, ਔਖੀ ਘੜੀ ਨਾ ਦੇਖਣ ਦੇਈ। ਉਹ ਦੇਖਣ ਨਹੀਂ ਦਿੰਦਾ, ਉਹ ਐਸਾ ਦੇਖਣ ਦੇਈ, ਦੇਈ ਪਾਠ ਕਰਨਾ। ਜੇ ਟਿੱਪੀ ਉਚਾਰਾਂਗੇ ਤੇ ਅਰਥ ਬਦਲ ਜਾਏਗਾ, ਬਿੰਦੀ ਦਾ ਉਚਾਰਨ ਕਰਾਂਗੇ ਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਦੇਈ ਦਿੰਦਾ ਹੀ ਨਹੀਂ। ਆਪਣਾ ਬਿਰਦ ਸੰਭਾਲੇ, ਜੋ ਉਸਦਾ ਸੁਭਾਅ ਹੈ। ਮਾਤ ਗਰਭ ਮੇਂ ਹਾਥ ਦੇ ਰਾਖੈ, ਇਹ ਉਸਦਾ ਸੁਭਾਅ ਹੈ। ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ ਕਿ ਉਸ ਪਰਮਾਤਮਾ ਦਾ ਸੁਭਾਅ ਕੀ ਹੈ? ਔਖੀ ਘੜੀ ਕਿੱਥੇ ਕਿੱਥੇ ਨਹੀਂ ਦੇਖਣ ਦਿੰਦਾ। ਮਾਤ ਗਰਭ ਮੈਂ ਹਾਥ ਦੇ ਰਾਖੈ, ਪੋਹ ਨਾ ਸਕੈ ਸੇਕ। ਹੁਣ ਮਾਤਾ ਦੇ ਗਰਭ ਦੇ ਵਿੱਚ ਔਲ ਹੁੰਦੀ ਹੈ, ਔਲ ਵਿੱਚ ਬੱਚਾ ਹੁੰਦਾ। ਠੀਕ ਉਸ ਔਲ ਦੇ ਥੱਲਵੇਂ ਪਾਸੇ ਹੀਟ ਹੁੰਦੀ ਹੈ, ਸੇਕ ਹੁੰਦਾ। ਸੇਕ ਵੀ ਥੋੜ੍ਹਾ ਨਹੀਂ ਹੁੰਦਾ, 99 ਡਿਗਰੀ ਦਾ ਹੁੰਦਾ ਤਕਰੀਬਨ, ਐਸਾ ਦੱਸਦੀ ਹੈ ਸਾਇੰਸ, ਡਾਕਟਰ ਦੱਸਦੇ ਨੇ। ਉਹ 99 ਡਿਗਰੀ ਤੋਂ ਅਗਰ ਘਟ ਜਾਵੇ ਤਾਂ ਵੀ ਬੰਦਾ ਬਿਮਾਰ, ਵੱਧ ਜਾਵੇ ਤਾਂ ਵੀ ਬੰਦਾ ਬਿਮਾਰ। ਉਹ ਸੇਕ ਹਰ ਵੇਲੇ ਰਹਿੰਦਾ। ਬੱਚਾ ਉਸ ਸੇਕ ਦੇ ਵਿੱਚ ਪਲਦਾ। ਹੁਣ ਬਾਣੀ ਕਹਿ ਰਹੀ ਹੈ ਕਿ ਐਸਾ ਹੈ, ਉੱਥੇ ਵੀ ਸਾਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ। ਮਾਤ ਗਰਭ ਮੈਂ ਹਾਥ ਦੇ ਰਾਖੈ, ਉਹ ਨਾ ਸਕੈ ਸੇਕ। ਉੱਥੇ ਸੇਕ ਨਹੀਂ ਲੱਗ ਸਕਦਾ ਇਸ ਨੂੰ। ਉਸ ਸੇਕ ਦੇ ਵਿੱਚ ਵੀ ਜਿਹੜਾ ਸਾਡੀ ਪ੍ਰਤਿਪਾਲਨਾ ਕਰ ਰਿਹਾ ਹੈ, ਉਹ ਤੱਤੀ ਤਵੀ ਤੇ ਬੈਠੀ ਹੋਈ ਸਰਕਾਰ ਕਹਿ ਰਹੀ ਹੈ ਕਿ ਔਖੀ ਘੜੀ ਨਾ ਦੇਖਣ ਦੇਈ। ਕਿਉਂਕਿ ਮਨ ਔਖਾ ਨਹੀਂ ਹੈ, ਮਨ ਵਿਆਕੁਲ ਨਹੀਂ ਹੈ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਮੇਰਾ ਮਨ ਤੇ ਪ੍ਰਭੂ ਚਰਨਾਂ ਵਿੱਚ ਜੁੜ ਗਿਆ ਹੈ। ਜਿਸਨੇ ਤਕਲੀਫ ਮੰਨਣੀ ਹੈ, ਜਿਸਨੇ ਔਖੀ ਘੜੀ ਮੰਨਣੀ ਹੈ, ਜਿਹਨੂੰ ਔਖੀ ਲੱਗਣੀ ਹੈ ਘੜੀ, ਉਹ ਤੇ ਪ੍ਰਭੂ ਦੇ ਨਾਲ ਬੈਠਾ ਹੋਇਆ ਹੈ। ਉਹ ਤੇ ਉੱਥੇ ਜਾ ਕੇ ਉਹਦੇ ਕੋਲੇ ਬੈਠਾ ਹੈ, ਉਹ ਤੇ ਉੱਥੇ ਜੁੜਿਆ ਹੋਇਆ ਹੈ। ਕਿਸ ਕੋਲੇ? ਆਦਿ ਅੰਤ ਪ੍ਰਭ ਸਦਾ ਸਹਾय। हाथ दे राखै अपने को, सास सास प्रतिपाले। माता दे उत्ते सास सास प्रतिपालदा, उत्थे रख लैंदा। ਉਹ ਆਦਿ ਤੋਂ, ਸਾਡੇ ਜਨਮ ਤੋਂ, ਤੇ ਅਸੀਂ ਹੁਣ ਧਰਤੀ ਤੇ ਆ ਗਏ ਹਾਂ। ਇਸ ਵੇਲੇ ਵੀ, ਅਖੀਰ ਵੇਲੇ ਵੀ ਸਹਾਈ ਹੋਏਗਾ। ਜਦੋਂ ਧਰਤੀ ਨਹੀਂ ਸੀ ਉਦੋਂ ਵੀ ਉਹ ਹੈ ਸੀ, ਹੁਣ ਵੀ ਹੈ, ਅੱਗੇ ਵੀ ਹੋਏਗਾ। ਆਦਿ ਅੰਤ, ਸਾਡੇ ਜਨਮ ਤੋਂ ਲੈ ਕੇ ਅਖੀਰ ਮਰਨ ਤੱਕ ਪ੍ਰਭ ਸਦਾ ਸਹਾਈ। ਉਹ ਸਦਾ ਸਹਾਈ ਹੈ। ਸਾਰੇ ਕੰਮ ਅਸੀਂ ਆਪ ਕਰਦੇ ਹਾਂ, ਬੜਾ ਕੁਛ ਆਪ ਕਰਦੇ ਹਾਂ, ਦਾਅਵੇ ਵੀ ਬੜੇ ਕਰਦੇ ਹਾਂ, ਮੈਂ ਇਹ ਕੀਤਾ, ਮੈਂ ਫਲਾਨਾ ਕੰਮ ਕੀਤਾ, ਮੈਂ ਸੰਸਾਰ ਨੂੰ ਇਹ ਕੁਝ ਦਿੱਤਾ। ਪਰ ਉਹਨੂੰ ਆਖੇ ਤੂੰ ਆਪਣੇ ਸਾਹ ਆਪ ਲੈ ਕੇ ਦਿਖਾ। ਸਾਹ ਨਹੀਂ ਤੂੰ ਆਪ ਲੈ ਸਕਦਾ, ਉਹ ਉਹੀ ਦੇ ਰਿਹਾ ਹੈ।
ਤੂੰ ਅੱਖਾਂ ਦੂਜੀਆਂ ਲਗਾ ਸਕਦਾ, ਤੀਜੀਆਂ ਲਗਾ ਸਕਦਾ ਹੈ, ਪਰ ਉਹਦੇ ਵਿੱਚ ਜੋਤ ਜਿਹੜੀ ਹੈ ਉਹ ਅਕਾਲ ਪੁਰਖ ਦੇ ਰਿਹਾ ਹੈ। ਕਈ ਵਾਰੀ ਡਾਕਟਰ ਕਹਿ ਦਿੰਦਾ ਅੱਖ ਤੇ ਬਦਲ ਦਿੱਤੀ, ਪਰ ਕੀ ਕਰੀਏ, ਪਿੱਛੇ ਜੋਤ ਨਹੀਂ ਹੈ, ਲਾਈਟ ਨਹੀਂ ਹੈ, ਪਾਵਰ ਨਹੀਂ ਹੈ, ਉਹ ਦਿੰਦਾ ਹੈ। ਤੈਨੂੰ ਜੀਭ ਦੇ ਕੇ ਬੋਲਣ ਦੀ ਸਮਰੱਥਾ ਉਹ ਦਿੰਦਾ ਹੈ। ਇਹ ਤੇ ਕਈਆਂ ਨੂੰ ਜੀਭ ਦਿੱਤੀ ਹੈ, ਲੱਖ ਯਤਨ ਕਰ ਲੈਣ, ਬੋਲਣ ਦੀ ਸਮਰੱਥਾ ਹੀ ਨਹੀਂ ਆ ਸਕਦੀ। ਕਈਆਂ ਨੂੰ ਕੰਨ ਦਿੱਤੇ ਨੇ, ਚੰਗੇ ਭਲੇ ਨੇ, ਪਰ ਸੁਣ ਹੀ ਨਹੀਂ ਸਕਦੇ। ਕਿਉਂ? ਉਹਦੀ ਮਰਜ਼ੀ ਨਹੀਂ ਹੈ। ਤੂੰ ਲੱਖ ਯਤਨ ਕਰ ਲੈ, ਲਗਾ ਲੈ ਜਿੰਨੇ ਮਰਜ਼ੀ ਹੈੱਡਫੋਨ, ਜਿੰਨੇ ਮਰਜ਼ੀ ਸਪੀਕਰ ਲਗਾ ਲੈ, ਅੰਦਰ ਜੋਤ ਨਹੀਂ ਹੈ, ਉੱਥੇ ਤੱਕ ਪਾਵਰ ਨਹੀਂ ਜਾ ਰਹੀ। ਉਹਨੇ ਭੇਜੀ ਨਹੀਂ ਉੱਥੇ, ਉਸ ਨੂੰ ਚਾਲੂ ਹੀ ਨਹੀਂ ਕੀਤਾ ਸਿਸਟਮ ਨੂੰ। ਰਸਨਾ ਦਾ ਸਿਸਟਮ ਚਾਲੂ ਹੀ ਨਹੀਂ ਕੀਤਾ, ਨੇਤਰਾਂ ਦਾ ਸਿਸਟਮ ਚਾਲੂ ਹੀ ਨਹੀਂ ਕੀਤਾ। ਕਿਉਂ? ਤੇਰੇ ਕਰਮ ਐਸੇ ਸਨ ਜਿਹੜੇ ਤੂੰ ਕਰਕੇ ਆਇਆ। ਤੈਨੂੰ ਇੰਨਾ ਹੀ ਮਿਲਣਾ ਸੀ, ਤੇਰੇ ਹਿੱਸੇ ਦਾ ਇੰਨਾ ਹੀ ਪਦਾਰਥ ਸੀ, ਸੰਸਾਰਕ ਸੁੱਖ ਇੰਨਾ ਹੀ ਸੀ। ਕਿਉਂਕਿ ਉਸ ਦਾ ਸੁਭਾਅ ਨਹੀਂ ਹੈ ਉਹ ਕਿਸੇ ਨਾਲ ਮਾੜਾ ਕਰੇ। ਸਾਡੇ ਕਰਮਾਂ ਦੇ ਅਨੁਸਾਰ ਸਾਨੂੰ ਜਿਹੜੀ ਹੈ ਦਾਤ ਮਿਲਦੀ। ਜਿੱਡੀ ਕਿ ਸਾਡੀ ਝੋਲੀ ਹੈ ਉਨੀ ਕੁ ਦਾਤ ਮਿਲ ਜਾਂਦੀ ਹੈ। ਮੈਲਾ ਭਾਂਡਾ ਲੈ ਕੇ ਆਵਾਂਗੇ, ਮੈਲੇ ਭਾਂਡੇ ਵਿੱਚ ਵਸਤ ਪੈ ਜਾਏਗੀ। ਸਾਫ਼ ਸੁਥਰਾ ਲੈ ਕੇ ਆਵਾਂਗੇ, ਸਾਫ਼ ਸੁਥਰੇ 'ਚ ਪੈ ਜਾਏਗੀ। ਮੈਲੇ 'ਚ ਬਹੁਤਾ ਚਿਰ ਨਹੀਂ ਟਿਕੇਗੀ, ਸਾਫ਼ ਸੁਥਰੇ 'ਚ ਥੋੜ੍ਹਾ ਜ਼ਿਆਦਾ ਚਿਰ ਟਿਕ ਜਾਏਗੀ। ਫਰਕ ਇਹ ਨਹੀਂ ਹੈ। ਉਹਦਾ ਸੁਭਾਅ ਹੈ ਆਦਿ ਅੰਤ ਪ੍ਰਭ ਸਦਾ ਸਹਾਈ। ਧਨ ਹਮਾਰਾ ਮੀਤ, ਉਹ ਮੀਤ ਜਿਹੜਾ ਹੈ ਮੇਰਾ ਉਹ ਬੜਾ ਧਨ ਹੈ, ਉਹਦਾ ਸ਼ੁਕਰ ਹੈ। ਉਹ ਤਤੀ ਤਵੀ ਦੇ ਉੱਤੇ ਵੀ ਮੈਨੂੰ ਸੇਕ ਨਹੀਂ ਲੱਗਣ ਦੇ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਮੈਨੂੰ ਮਾਤ ਗਰਭ ਦੇ ਵਿੱਚ ਨਹੀਂ ਸੀ ਨਾ ਸੇਕ ਲੱਗਣ ਦੇ ਰਿਹਾ। ਦੇ ਆਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰਾ, ਉੱਥੇ ਮੈਨੂੰ ਅੱਗ ਵਿੱਚ ਰੱਖ ਰਿਹਾ ਸੀ। ਤੇ ਅੱਗ ਜਿਹੜੀ ਅੱਜ ਪ੍ਰਤੱਖ ਰੂਪ ਵਿੱਚ ਬਲ ਰਹੀ ਹੈ, ਜਿਹੜੀ ਮੇਰੇ ਤਨ ਨੂੰ ਉਬਾਲੀ ਜਾ ਰਹੀ ਹੈ, ਤਨ ਦੇ ਥੱਲੇ ਲੱਗੀ ਹੋਈ ਹੈ, ਇਹ ਅੱਗ ਤੱਤੀ ਤਵੀ ਤੇ ਜੋ ਗਰਮ ਕਰ ਰਹੀ ਹੈ ਇਸ ਨੂੰ, ਤੋਂ ਰੇਤ ਜਿਹੜੀ ਹੈ ਇਹ ਅੱਗ ਮੇਰਾ ਕੁਛ ਨਹੀਂ ਵਿਗਾੜ ਰਹੀ, ਨਾ ਵਿਗਾੜ ਸਕਦੀ। ਉਹ ਅੱਗ ਨੇ ਵੀ ਮੇਰਾ ਕੁਛ ਨਹੀਂ ਵਿਗਾੜਿਆ ਤੇ ਇਸ ਅੱਗ ਨੇ ਵੀ ਮੇਰਾ ਕੁਛ ਨਹੀਂ ਵਿਗਾੜਿਆ। ਉਹ ਐਸਾ ਅਕਾਲ ਪੁਰਖ ਵਾਹਿਗੁਰੂ ਹੈ ਸੱਚੇ ਪਾਤਸ਼ਾਹ, ਕਿਉਂਕਿ ਮੇਰਾ ਚਿੱਤ ਉਸ ਨਾਲ ਲੱਗਿਆ ਹੋਇਆ ਹੈ ਜਿਹੜਾ ਹਮੇਸ਼ਾ ਹੀ ਸਦਾ ਸਹਾਈ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਇਸ ਜੀਵ ਨੂੰ ਸਮਝਾ ਰਹੇ ਨੇ ਕਿ ਤੁਸੀਂ ਦੇਖ ਕੇ ਨਿਰਾਸ਼ ਹੋ ਰਹੇ ਹੋ। ਅਰਜਨ ਦੀ ਕਾਇਆ ਨੂੰ ਸੇਕ ਲੱਗ ਰਿਹਾ। ਹੁਣ ਆਪਣੇ ਆਪ ਨੂੰ ਤੇ ਗੁਰੂ ਨਹੀਂ ਨਾ ਕਹਿੰਦੇ ਪਾਤਸ਼ਾਹ ਜੀ, ਇਸ ਸਰੀਰ ਨੂੰ ਸੇਕ ਲੱਗ ਰਿਹਾ, ਪਰ ਮੈਂ ਬੜਾ ਖੁਸ਼ ਹਾਂ। ਮੈਨੂੰ ਪਤਾ ਹੈ ਜਿਉਂ-ਜਿਉਂ ਇਹ ਸਰੀਰ ਜੀਰਣ ਹੋਏਗਾ ਅੱਗ ਦੇ ਸੇਕ ਨਾਲ, ਜਿਵੇਂ-ਜਿਵੇਂ ਜੀਰਣ ਹੋਏਗਾ ਪਾਣੀ ਦੇ ਉਬਾਲ ਦੇ ਨਾਲ, ਉਵੇਂ-ਉਵੇਂ ਇਹ ਜੋ ਗੁਰ ਘਰ ਦੀ ਰਹਿਣੀ ਹੈ, ਗੁਰੂ ਘਰ ਦੀ ਮਰਿਆਦਾ ਹੈ, ਗੁਰੂ ਘਰ ਦੀ ਪਰਪੱਕਤਾ ਹੈ, ਉਹ ਪੱਕੇਗੀ। ਕਿਸੇ ਚੀਜ਼ ਨੂੰ ਬਹੁਤਾ ਭਾਂਡੇ ਨੂੰ ਪਕਾਉਣਾ ਹੋਵੇ ਤਾਂ ਉਸਨੂੰ ਅੱਗ ਵਿੱਚ ਪਾਉਂਦੇ ਨੇ। ਜਿਉਂ-ਜਿਉਂ ਮੇਰਾ ਸਰੀਰ ਜਿਹੜਾ ਹੈ ਅੱਗ ਦੇ ਸੇਕ ਵਿੱਚ ਝੁਲਸ ਰਿਹਾ ਹੈ, ਤਿਉਂ-ਤਿਉਂ ਸਿੱਖੀ ਪੱਕੀ ਹੋ ਰਹੀ ਹੈ, ਤਿਉਂ-ਤਿਉਂ ਸਿੱਖ ਵਿੱਚ ਪਰਪੱਕਤਾ ਆ ਰਹੀ ਹੈ, ਤਿਉਂ-ਤਿਉਂ ਇਹ ਨੀਹਾਂ ਜਿਹੜੀਆਂ ਨੇ ਸਿੱਖੀ ਦੇ ਮਹਿਲ ਦੀਆਂ ਮਜ਼ਬੂਤ ਹੋ ਰਹੀਆਂ ਨੇ। ਸਿੱਖੀ ਦੇ ਮਹਿਲ ਦੀਆਂ ਨੀਹਾਂ ਦਾ ਜੋ ਸਿਖਰ ਹੈ ਬਾਬਾ ਜੋਰਾਵਰ ਸਿੰਘ ਜੀ, ਫਤਿਹ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਇਹ ਸਿਖਰ ਹੈ। ਇਹ ਪਰਪੱਕਤਾ ਕਿੱਥੋਂ ਮਿਲੀ? ਉਸ ਗੁਰੂ ਤੋਂ ਮਿਲੀ ਜਿਸ ਨੇ ਇਹ ਗੱਲ ਕਹੀ, ਔਖੀ ਘੜੀ ਨਾ ਦੇਖਣ ਦੇਈ ਬੱਚਿਓ, ਘਬਰਾਉਣਾ ਨਹੀਂ। ਮਾਤਾ ਗੁਜਰ ਕੌਰ ਜੀ ਕਹਿ ਰਹੇ ਨੇ ਆਪਣੇ ਵੱਡਿਆਂ ਵੱਲ ਖਿਆਲ ਕਰਨਾ ਹੈ, ਆਪਣੇ ਦਾਦਾ ਵੱਲ ਖਿਆਲ ਕਰਨਾ ਹੈ, ਆਪਣੇ ਪੁਰਖਾਂ ਪੀੜ੍ਹੀਆਂ ਵੱਲ ਧਿਆਨ ਮਾਰ ਲੈਣਾ। ਜਦੋਂ ਕੋਈ ਜ਼ਾਲਮ ਤੁਹਾਨੂੰ ਸਜ਼ਾ ਦੇਣ ਲੱਗੇ, ਉਹਨਾਂ ਨੇ ਔਖੀ ਘੜੀ ਮੰਨੀ ਨਹੀਂ ਤੇ ਤੁਸੀਂ ਵੀ ਔਖੀ ਘੜੀ ਨਹੀਂ ਮੰਨਣੀ, ਕਿਉਂਕਿ ਮਨ ਉੱਚਾ ਹੈ, ਮਨ ਵਿਸਥਾਰ ਵਿੱਚ ਹੈ, ਮਨ ਪਰਮਾਤਮਾ ਦੇ ਚਰਨਾਂ ਵਿੱਚ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਨੀਆ ਦੇ ਲੋਕ ਦੇਖ ਕੇ ਦੁੱਖ ਮਨਾ ਰਹੇ ਨੇ, ਅਫਸੋਸ ਮਨਾ ਰਹੇ ਨੇ, ਪਰ ਮੇਰਾ ਮਨ ਖੁਸ਼ ਹੈ।
ਮੇਰਾ ਮਨ ਦੇਖ ਰਿਹਾ ਹੈ ਕਿ ਸਾਹਿਬ ਦੇ ਚੋਜ ਕਿੱਦਾਂ ਦੇ ਨੇ। ਉਹ ਜੇ ਮਾਤਾ ਦੇ ਉਦਰ ਵਿੱਚ ਰੱਖਦਾ ਨਾ ਹੱਥ ਦੇ ਕੇ, ਤੇ ਇੱਥੇ ਵੀ ਰੱਖੀ ਜਾ ਰਿਹਾ। ਕਮਾਲ ਹੈ। ਉਹ ਅਕਾਲ ਪੁਰਖ ਬੜਾ ਬੇਅੰਤ ਹੈ, ਬੜਾ ਦਿਆਲੂ ਹੈ। ਉਹ ਕਿਰਪਾ ਕਰਕੇ ਇੰਨਾ ਬਲ ਬਖਸ਼ ਰਿਹਾ, ਇੰਨੀ ਤਾਕਤ ਬਖਸ਼ਿਸ਼ ਕਰ ਰਿਹਾ, ਇਸ ਮਨ ਨੂੰ ਬਲਵਾਨ ਕਰ ਦਿੱਤਾ ਉਸਨੇ ਕਿ ਇਹਨੂੰ ਇਹ ਤਕਲੀਫ ਹੋ ਹੀ ਨਹੀਂ ਰਹੀ। ਇਹ ਗੱਲ ਦੇਖ ਕੇ ਮੇਰਾ ਮਨ ਖੇੜੇ ਵਿੱਚ ਆ ਗਿਆ, ਖੁਸ਼ੀ ਵਿੱਚ ਆ ਗਿਆ, ਆਨੰਦ ਵਿੱਚ ਆ ਗਿਆ ਕਿ ਉਸਦੇ ਅਚਰਜ ਕੌਤਕ ਨੇ। ਆਸ਼ਚर्य ਹੈ। ਮਨ ਬਿਲਾਸ ਭਏ, ਮਨ ਖੁਸ਼ ਹੋ ਗਿਆ, ਖੇੜੇ ਵਿੱਚ ਆ ਗਿਆ, ਬਿਲਾਸ ਖੁਸ਼ੀ ਵਿੱਚ ਆ ਗਿਆ। ਸਾਹਿਬ ਕੇ ਅਚਰਜ ਦੇਖ ਵਡਾਈ, ਉਸ ਦੀ ਵਡਿਆਈ ਵੇਖ ਕੇ ਕਿ ਉਹਨੇ ਮੈਨੂੰ ਡੋਲਣ ਨਹੀਂ ਦਿੱਤਾ, ਮੇਰੇ ਮਨ ਨੂੰ ਡੋਲਣ ਨਹੀਂ ਦਿੱਤਾ ਐਸੇ ਸੇਕ ਵਿੱਚੋਂ। ਉਹ ਐਸਾ ਅਕਾਲ ਪੁਰਖ ਵਾਹਿਗੁਰੂ ਹੈ, ਉਸਨੇ ਮੇਰੇ ਤੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ। ਇਹ ਉਸਦੇ ਚੋਜ ਨੇ, ਇਹ ਉਸਦੇ ਅਚਰਜ ਕੌਤਕ ਨੇ, ਹੈਰਾਨ ਕਰ ਦੇਣ ਵਾਲੇ ਨੇ। ਉਹ ਹੈਰਾਨ ਕਰ ਦੇਣ ਵਾਲੇ ਜਿਹੜੇ ਕੌਤਕ ਨੇ, ਉਹਨਾਂ ਨੂੰ ਪਾਤਸ਼ਾਹ ਜੀ ਦੇਖਦੇ ਹੋਏ ਕਹਿੰਦੇ ਨੇ ਇਹ ਉਸਦੀ ਵਡਿਆਈ ਹੈ। ਕੀ ਵਡਿਆਈ ਹੈ? ਅਕਿਰਤ ਕਣਾਂ ਨੂੰ ਵੀ ਪਾਲਦਾ, ਦੁਖੀਆਂ ਨੂੰ ਵੀ ਪਾਲਦਾ, ਭੈੜਿਆਂ ਨੂੰ ਵੀ ਪਾਲਦਾ, ਰਿਜ਼ਕ ਦੇਣ ਤੋਂ ਕਦੇ ਪਿੱਛੇ ਨਹੀਂ ਹਟਦਾ। ਕਹਿੰਦੇ ਨੇ ਇੱਕ ਵਾਰੀ ਦੀ ਗਾਥਾ ਹੈ, ਮੂਸਾ ਕਹਿਣ ਲੱਗਾ ਈਸਾ ਨੂੰ, ਹੇ ਈਸਾ ਤੂੰ ਸਭ ਨੂੰ ਰਿਜ਼ਕ ਦੇਣਾ? ਕਹਿੰਦਾ ਹਾਂ ਦੇਣਾ। ਕਹਿੰਦੇ ਜਿਹੜੇ ਚੰਗਾ ਕਰਦੇ ਉਹਨਾਂ ਨੂੰ ਵੀ? ਹਾਂ। ਜਿਹੜੇ ਮੰਦਾ ਕਰਦੇ ਉਹਨਾਂ ਨੂੰ ਵੀ? ਹਾਂ ਦੇਣਾ। ਕਹਿੰਦੇ ਇੱਕ ਦਿਨ ਮੈਨੂੰ ਕਰਕੇ ਦੇਖਣ ਦੇ। ਗਾਥਾ ਹੈ। ਈਸਾ ਕਹਿਣ ਲੱਗਾ ਚੱਲ ਤੂੰ ਕਰਕੇ ਦੇਖ ਲੈ, ਤੂੰ ਕਰਕੇ ਦੇਖ ਲੈ। ਤੇ ਜਦੋਂ ਇਹ ਰਿਜ਼ਕ ਦੇਣ ਲੱਗਾ ਸਾਰਿਆਂ ਨੂੰ ਦੇਈ ਗਿਆ, ਸਾਰਿਆਂ ਨੂੰ ਦੇਈ ਗਿਆ। ਜੋ ਇਸਨੇ ਦੇਖਿਆ ਕਿ ਉਹ ਜਗ੍ਹਾ ਜਿੱਥੇ ਅਖੀਰਲਾ ਪੜਾਅ ਹੈ, ਉਸ ਤੋਂ ਅੱਗੇ ਕੋਈ ਜਗ੍ਹਾ ਹੀ ਨਹੀਂ, ਜਿੱਥੇ ਇਹ ਕਾਇਆ ਮੁੱਕ ਜਾਂਦੀ ਹੈ, ਸਰੀਰ ਦੇ ਅੰਦਰੋਂ ਆਤਮਾ ਨਿਕਲ ਜਾਂਦੀ ਹੈ, ਥੱਕ ਜਾਂਦਾ ਹੈ, ਪੈ ਰਹਿੰਦਾ। ਪਾਵ ਰਹੇ ਕਰ ਢਰਕ ਭਰੇ ਹੈ, ਮੁਖੋ ਨਾ ਨਿਕਸੇ ਬਾਤਾ। ਉਹ ਅਵਸਥਾ ਆ ਜਾਂਦੀ ਹੈ। ਇਸਨੇ ਦੇਖਿਆ ਉਸ ਜਗ੍ਹਾ ਤੇ ਇੱਕ ਮਨੁੱਖ ਭੈੜਾ ਕੁਕਰਮ ਕਰ ਰਿਹਾ ਹੈ। ਇਹ ਸੋਚਿਆ ਇਸਨੇ ਬੜਾ ਦੁਸ਼ਟ ਹੈ, ਬੜਾ ਜ਼ਾਲਮ ਹੈ। ਇਸਨੇ ਇਸ ਨੂੰ ਰਿਜ਼ਕ ਨਾ ਦਿੱਤਾ, ਭੁੱਖਾ ਰਿਹਾ ਉਹ ਸਾਰਾ ਦਿਨ। ਹੁਣ ਕਰਮ ਕਰਨ ਵਾਲਾ, ਭੈੜੇ ਕਰਮ ਕਰਨ ਵਾਲਾ ਵੀ ਰੱਬ ਅੱਗੇ ਫਰਿਆਦ ਕਰਦਾ, ਹੇ ਰੱਬਾ ਅੱਜ ਤੂੰ ਮੈਨੂੰ ਰਿਜ਼ਕ ਨਹੀਂ ਦਿੱਤਾ, ਅੱਜ ਤੂੰ ਮੈਨੂੰ ਰੋਟੀ ਨਹੀਂ ਦਿੱਤੀ, ਮੈਂ ਸਵੇਰ ਦਾ ਭੁੱਖਾ ਬੈਠਾ। ਰੱਬ ਨੇ ਸੁਣ ਲਈ। ਸੁਣਦਾ ਤੇ ਸਾਰਿਆਂ ਦੀ ਹੈ। ਜਦੋਂ ਸੁਣ ਲਈ ਤੇ ਪੁੱਛਿਆ ਮੂਸਾ, ਹਾਂਜੀ ਤੂੰ ਰਿਜ਼ਕ ਦੇਣ ਦੀ ਅੱਜ ਲਈ ਸੀ ਨਾ ਸੇਵਾ, ਵੰਡਣ ਦੀ? ਹਾਂਜੀ। ਸਾਰਿਆਂ ਨੂੰ ਦੇ ਆਇਆ? ਜੀ ਹਾਂ, ਸਭ ਨੂੰ ਦੇ ਦਿੱਤਾ। ਜਲ ਵਾਲਿਆਂ ਨੂੰ ਵੀ ਦੇ ਦਿੱਤਾ ਜੀ? ਹਾਂਜੀ ਦੇ ਦਿੱਤਾ। ਥਲ ਵਾਲਿਆਂ ਨੂੰ ਵੀ ਦੇ ਦਿੱਤਾ? ਹਾਂਜੀ ਦੇ ਦਿੱਤਾ। ਉੱਡਣ ਵਾਲੇ ਜੋ ਪੰਖੇਰੂ ਨੇ ਉਹਨਾਂ ਨੂੰ ਵੀ ਦੇ ਦਿੱਤਾ? ਹਾਂਜੀ ਦੇ ਦਿੱਤਾ। ਪੱਥਰਾਂ ਦੇ ਵਿੱਚ ਰਹਿਣ ਵਾਲਿਆਂ ਨੂੰ ਵੀ ਦੇ ਦਿੱਤਾ? ਹਾਂਜੀ ਦੇ ਦਿੱਤਾ। ਸਭ ਨੂੰ ਦੇ ਆਇਆ, ਪਰ ਤੂੰ ਯਾਦ ਕਰ ਇੱਕ ਨੂੰ ਕਿਸੇ ਨੂੰ ਨਹੀਂ ਦੇ ਕੇ ਆਇਆ। ਕਹਿੰਦਾ ਬੜੇ ਧਿਆਨ ਨਾਲ, ਮੈਂ ਤੇ ਸਾਰਿਆਂ ਨੂੰ ਦੇਤਾ। ਫਿਰ ਯਾਦ ਆਇਆ, ਕਹਿੰਦਾ ਹਾਂ ਹਾਂ ਮੈਨੂੰ ਯਾਦ ਆਇਆ, ਮੈਂ ਇੱਕ ਪਾਪੀ ਮਨੁੱਖ ਸੀ, ਉਹ ਕਿ ਮੁਰਦੇ ਦੇ ਨਾਲ ਭੈੜਾ ਕੁਕਰਮ ਕਰ ਰਿਹਾ ਸੀ। ਮੈਨੂੰ ਉਹਦੇ ਤੇ ਗੁੱਸਾ ਆ ਗਿਆ, ਮੈਂ ਉਹਨੂੰ ਰਿਜ਼ਕ ਨਹੀਂ ਦਿੱਤਾ। ਪਰਮਾਤਮਾ ਕਹਿੰਦਾ ਬਸ ਤੇਰੇ ਤੇ ਮੇਰੇ ਵਿੱਚ ਇਹੀ ਫਰਕ ਹੈ। ਤੂੰ ਪੁੱਛਿਆ ਸੀ ਨਾ ਤੇਰੇ ਮੇਰੇ ਵਿੱਚ ਫਰਕ ਕੀ ਹੈ? ਇਹੀ ਫਰਕ ਹੈ। ਮੈਂ ਰਿਜ਼ਕ ਸਭ ਨੂੰ ਦੇਣਾ ਹੀ ਦੇਣਾ ਹੈ। ਕਰਮਾਂ ਦਾ ਫਲ ਉਹਦਾ ਆਪਣਾ ਹੈ। ਜਿਸ ਤਰ੍ਹਾਂ ਦਾ ਉਹ ਕਰਮ ਕਮਾਏਗਾ, ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਮੇਰੀ ਡਿਊਟੀ ਰਿਜ਼ਕ ਦੇਣ ਦੀ ਹੈ, ਸਭ ਨੂੰ ਪ੍ਰਤਪਾਲਨਾ ਕਰਨ ਦੀ ਹੈ, ਸਭ ਨੂੰ ਜਿਵਾਣਾ ਹੈ।
ਉਹ ਜਦੋਂ ਆ ਜਾਏਗਾ ਨਿਆਂ ਦੀ ਗੱਲ ਉਦੋਂ ਹੋਏਗੀ। ਅਜੇ ਜੋ ਮੇਰਾ ਫਰਜ਼ ਹੈ ਮੈਂ ਉਹ ਨਹੀਂ ਭੁੱਲਦਾ। ਉਹ ਐਸਾ ਅਕਾਲ ਪੁਰਖ ਹੈ, ਆਪਣਾ ਬਿਰਧ ਸੰਭਾਲੇ, ਆਪਣੇ ਬਿਰਧ ਦਾ ਉਸਨੂੰ ਪਤਾ ਹੈ ਕਿ ਮੈਂ ਕੀ ਕਰਨਾ ਹੈ। ਇਹ ਅਕਿਰਤ ਕਣ ਹੈ, ਮੈਨੂੰ ਮਾੜਾ ਕਹਿੰਦਾ ਕਈ ਜਾਣਦੇ ਹੋ, ਕੋਈ ਗੱਲ ਨਹੀਂ। ਇਹ ਮੇਰਾ ਨਾਮ ਨਹੀਂ ਜਪਦਾ, ਨਾ ਜਪੇ, ਕੋਈ ਗੱਲ ਨਹੀਂ। ਇਹ ਸਿਮਰਨ ਨਹੀਂ ਕਰਦਾ, ਨਾ ਕਰੇ, ਕੋਈ ਗੱਲ ਨਹੀਂ। ਪਰ ਮੈਂ ਦੇਣਾ ਹੈ, ਮੇਰਾ ਫਰਜ਼ ਹੈ। ਐਸਾ ਜਿਹੜਾ ਪਰਮਾਤਮਾ ਹੈ, ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਇਹ ਜੇ ਕੌਤਕ ਦੇਖ ਦੇਖ ਕੇ ਅਚਰਜ ਰਹਿ ਜਾਈਦਾ, ਹੈਰਾਨ ਰਹਿ ਜਾਈਦਾ ਕਿ ਉਹ ਇਹੋ ਜਿਹਾ ਹੈ, ਉਹਦੀ ਕਿੰਨੀ ਵੱਡੀ ਵਡਿਆਈ ਹੈ। ਅਚਰਜ ਦੇਖ ਵਡਿਆਈ। ਅਤੇ ਇਸ ਕਰਕੇ ਹੁਣ ਮੈਨੂੰ ਵੀ ਕੋਈ ਦੁੱਖ ਨਹੀਂ ਲੱਗ ਰਿਹਾ, ਮੈਨੂੰ ਵੀ ਕੋਈ ਤਕਲੀਫ ਨਹੀਂ ਲੱਗ ਰਹੀ। ਇਸ ਤਨ ਦਾ ਕੀ ਹੈ ਤੇ ਵਿਨਾਸ਼ਕਾਰੀ ਹੈ, ਖਤਮ ਹੋ ਜਾਣਾ ਹੈ। ਪਰ ਮਨ ਜੋ ਹੈ ਉਹ ਜੋਤ ਸਰੂਪ ਹੈ। ਮਨ ਜੋ ਹੈ ਉਹ ਜੋਤ ਸਰੂਪ ਹੋਣ ਕਰਕੇ ਸੰਜੋਤ ਵਿੱਚ ਜੋਤ ਲੀਨ ਹੋ ਜਾਏ, ਉਸ ਜੋਤ ਵਿੱਚ ਇਹ ਜੋਤ ਲੀਨ ਹੋ ਜਾਏ। ਇਹ ਸਾਡਾ ਯਤਨ ਹੋਣਾ ਚਾਹੀਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਨ ਕਰਦੇ ਨੇ, ਹਰਿ ਸਿਮਰ ਸਿਮਰ ਆਨੰਦ ਕਰ ਨਾਨਕ। ਭਾਈ ਤੂੰ ਸਿਮਰ ਉਸਨੂੰ ਚੇਤੇ ਕਰ, ਉਸਨੂੰ ਯਾਦ ਕਰ, ਤੇਰਾ ਮਨ ਆਨੰਦ ਵਿੱਚ ਆ ਜਾਏਗਾ, ਖੇੜੇ ਵਿੱਚ ਆ ਜਾਏਗਾ। ਤਤੀ ਤਵੀ ਤੇ ਬੈਠ ਕੇ ਵੀ ਤੈਨੂੰ ਸੇਕ ਨਹੀਂ ਲੱਗੇਗਾ, ਉਬਲਦੀ ਦੇਗ ਵਿੱਚ ਵੀ ਤੈਨੂੰ ਸੇਕ ਨਹੀਂ ਲੱਗੇਗਾ, ਸੀਸ ਤੇ ਤੱਤਾ ਰੇਤਾ ਵੀ ਪੈ ਰਿਹਾ ਹੋਏਗਾ, ਸੇਕ ਨਹੀਂ ਲੱਗੇਗਾ। ਤੂੰ ਉਸਨੂੰ ਸਿਮਰ, ਜਦੋਂ ਉਹਦੇ ਅਚਰਜ ਕੌਤਕ ਦੇਖੇਗਾ, ਇਹ ਉਹਦੀ ਵਡਿਆਈ ਹੈ। ਪ੍ਰਭ ਪੂਰਨ ਪੈਜ ਰਖਾਈ, ਮੇਰੀ ਪੈਜ ਉਸੇ ਨੇ ਰੱਖੀ ਹੈ ਜਿਸ ਨੇ ਮਾਤਾ ਦੇ ਉਦਰ ਦੇ ਵਿੱਚ ਮੈਨੂੰ ਸੇਕ ਨਹੀਂ ਲੱਗਣ ਦਿੱਤਾ। ਉਹ ਇੱਥੇ ਤਤੀ ਤਵੀ ਤੇ ਵੀ ਨਹੀਂ ਮੈਨੂੰ ਸੇਕ ਲੱਗਣ ਦੇ ਰਿਹਾ। ਇਹ ਉਸੇ ਨੇ ਮੇਰੇ 'ਤੇ ਕਿਰਪਾ ਕੀਤੀ ਹੈ, ਉਸੇ ਨੇ ਮੇਰੀ ਪੈਜ ਰੱਖੀ ਹੈ। ਉਹੀ ਅਕਾਲ ਪੁਰਖ ਜਿਹੜਾ ਹੈ ਸਭ ਤੋਂ ਵੱਡਾ ਹੈ। ਸਾਨੂੰ ਵੀ ਉਸੇ ਦੀ ਸੰਭਾਲ ਕਰਨੀ ਚਾਹੀਦੀ ਹੈ, ਉਸੇ ਦਾ ਨਾਮ ਜਪਣਾ ਚਾਹੀਦਾ ਹੈ, ਜਿਹੜਾ ਸਭ ਦੇ ਉੱਪਰ ਕਿਰਪਾ ਕਰਕੇ ਔਖੀ ਘੜੀ ਦੇਖਣੀ ਨਹੀਂ ਦਿੰਦਾ।